ਸਵੇਰੇ 6 ਵਜੇ ਜੋਤੀ ਦੀ ਮਾਂ ਨੇ ਵੇਖਿਆ ਤਾਂ ਉਹ ਕਮਰੇ ਵਿੱਚ ਨਹੀਂ ਸੀ। ਉਸਨੇ ਬਾਹਰ ਭੱਜ ਕੇ ਵੇਖਿਆ, ਜੋਤੀ ਕਿਤੇ ਨਹੀਂ ਦਿਸੀ। ਜਦੋਂ ਉਸਨੇ ਇੱਧਰ-ਉੱਧਰ ਸਾਰੇ ਪਾਸੇ ਜੋਤੀ ਨੂੰ ਵੇਖ ਲਿਆ ਪਰ ਉਹ ਕਿਤੇ ਨਾ ਮਿਲੀ ਤਾਂ ਉਸਦਾ ਦਿਲ ਡਰ ਗਿਆ। ਉਸਨੇ ਕਿਸ਼ੋਰ ਨੂੰ ਜਗਾ ਕੇ ਸਾਰੀ ਗੱਲ ਦੱਸੀ। ਹੁਣ ਵਰਤਮਾਨ ਵਿੱਚ ਕਿਸ਼ੋਰ ਪਿੰਡ ਦੇ ਕੋਨੇ-ਕੋਨੇ ਵਿੱਚ ਜੋਤੀ ਦੀ ਭਾਲ ਕਰ ਰਿਹਾ ਹੈ। ਰਾਮੂ ਤੋਂ ਬਾਅਦ ਕਿਸ਼ੋਰ ਸਿੱਧਾ ਸਰਪੰਚ ਦੇ ਘਰ ਵੱਲ ਦੌੜਿਆ ਤੇ ਦਰਵਾਜ਼ੇ ਨੂੰ ਖੜਕਾਉਂਦਾ ਹੋਇਆ ਬੋਲਿਆ, ਸਰਪੰਚਾ ਬਾਹਰ ਨਿਕਲ ਸਾਲਿਆ, ਤੇਰਾ ਘਟੀਆ ਮੁੰਡਾ ਮੇਰੀ ਕੁੜੀ ਨੂੰ ਲੈ ਕੇ ਭੱਜ ਗਿਆ ਹੈ। ਬਾਹਰ ਆ ਬੇਸ਼ਰਮ ਸਰਪੰਚਾ। ਉਸਦਾ ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ। ਕਿਸ਼ੋਰ ਪਾਗਲਾ ਵਾਂਗ ਦਰਵਾਜ਼ੇ ਤੇ ਹੱਥ ਮਾਰੀ ਜਾਂਦਾ। ਸਾਰੇ ਲੋਕ ਹੈਰਾਨੀ ਨਾਲ ਉਸ ਵੱਲ ਵੇਖ ਰਹੇ ਸਨ। ਇਹ ਦੇਖ ਕੇ ਸਾਰੇ ਸੋਚੀ ਪੈ ਗਏ ਕਿ ਕਿਸ਼ੋਰ ਨੇ ਸਰਪੰਚ ਦਾ ਇਸ ਲਹਿਜੇ ਵਿੱਚ ਗੱਲ ਕਰਨ ਦੀ ਹਿੰਮਤ ਕਿਵੇਂ ਕੀਤੀ ਹੈ। ਸਰਪੰਚ ਦੇ ਘਰ ਦਾ ਦਰਵਾਜ਼ਾ ਖੁੱਲ੍ਹ ਗਿਆ ਤੇ ਦੇਵ ਉਸ ਦੇ ਸਾਹਮਣੇ ਖੜਾ ਸੀ। ਕਿਸ਼ੋਰ ਚਾਚਾ ਕੀ ਹੋਇਆ? ਦੇਵ ਨੇ ਸਹਿਜੇ ਹੀ ਪੁੱਛਿਆ। ਕਿਸ਼ੋਰ ਦੇਵ ਨੂੰ ਆਪਣੇ ਸਾਹਮਣੇ ਖੜਾ ਵੇਖ ਕੇ ਇੱਕ ਪਲ ਲਈ ਦੰਗ ਰਹਿ ਗਿਆ। ਉਸਨੇ ਸੋਚਿਆ ਸੀ ਕਿ ਜੋਤੀ ਨੂੰ ਦੇਵ ਲੈ ਕੇ ਭੱਜ ਗਿਆ ਹੈ, ਪਰ ਉਹ ਤਾਂ ਉਸਦੇ ਸਾਹਮਣੇ ਹੀ ਖੜਾ ਸੀ। ਪਰ ਫਿਰ ਅਗਲੇ ਹੀ ਪਲ ਕਿਸ਼ੋਰ ਨੇ ਦੇਵ ਦਾ ਕਾਲਰ ਫੜ ਕੇ ਕਿਹਾ, ਬੋਲ ਕੁੱਤੇ, ਜੋਤੀ ਕਿੱਥੇ ਆ ਤੇ ਉਸ ਨੂੰ ਕਿੱਥੇ ਛੁਪਾਇਆ ਹੈ? ਚਾਚਾ ਜੀ ਕੀ ਕਹਿ ਰਹੇ ਹੋ? ਦੇਵ ਨੇ ਡਰਦੇ ਹੋਏ ਪੁੱਛਿਆ। ਮੇਰੀ ਧੀ ਕਿੱਥੇ ਹੈ? ਮੈਨੂੰ ਕੀ ਪਤਾ ਚਾਚਾ, ਦੇਵ ਨੇ ਅਣਜਾਣ ਬਣਦੇ ਕਿਹਾ। ਕਿਸ਼ੋਰ ਕੁਝ ਨਹੀਂ ਸਮਝ ਸਕਿਆ ਤੇ ਉਹ ਦੇਵ ਨੂੰ ਧੱਕਾ ਦੇ ਕੇ ਚਲਾ ਗਿਆ। ਪਰ ਉਸ ਦਾ ਮਨ ਇਹ ਸੋਚ ਕੇ ਭਟਕ ਰਿਹਾ ਸੀ ਕਿ ਜੋਤੀ ਕਿੱਥੇ ਗਈ ਹੋਵੇਗੀ। ਫਿਰ ਉਸ ਨੂੰ ਲੱਗਾ ਕਿ ਰਾਤ ਦੀ ਕੁੱਟਮਾਰ ਕਾਰਨ ਜੋਤੀ ਨੇ ਕੋਈ ਗਲਤ ਕਦਮ ਤਾਂ ਨਹੀਂ ਚੁੱਕ ਲਿਆ, ਕਿਤੇ ਉਸਨੇ ਖੁਦਕੁਸ਼ੀ ਤਾਂ ਨਹੀਂ ਕਰ ਲਈ। ਤੇ ਉਹ ਪਿੰਡ ਦੇ ਸਾਰੇ ਖੂਹਾਂ ਤੇ ਛੱਪੜਾਂ ਵਿੱਚ ਖੋਜ ਕਰਨ ਲਈ ਭੱਜਿਆ। ਦੂਜੇ ਪਾਸੇ ਜੋਤੀ ਦੀ ਮਾਂ ਵੀ ਪਾਗਲਾਂ ਵਾਂਗ ਉਸ ਨੂੰ ਲੱਭ ਰਹੀ ਸੀ। ਸਵੇਰ ਤੋਂ ਰਾਤ ਹੋ ਗਈ ਪਰ ਜੋਤੀ ਨਾ ਮਿਲੀ। ਉਧਰ ਜੋਤੀ ਬਹੁਤ ਦੇਰ ਤੱਕ ਇਸ ਆਸ ਵਿੱਚ ਬੈਠੀ ਰਹੀ ਕਿ ਦੇਵ ਆਵੇਗਾ। ਉਹ ਰੇਲ ਗੱਡੀ ਦੇ ਕਿਸੇ ਡੱਬੇ ਵਿੱਚ ਕੋਨੇ ਤੇ ਬੈਠੀ ਰਹੀ। ਉੱਥੇ ਬੈਠਿਆਂ ਪਤਾ ਨਹੀਂ ਕਦੋਂ ਉਸ ਦੀ ਅੱਖ ਲੱਗ ਗਈ। ਕਿਸੇ ਨੇ ਉਸ ਨੂੰ ਮੋਢੇ ਤੋਂ ਫੜ ਕੇ ਹਿਲਾਇਆ। ਜੋਤੀ ਇੱਕਦਮ ਉੱਠੀ। ਸਾਹਮਣੇ ਖੜੇ ਟੀਟੀ ਨੇ ਕਿਹਾ, ਟਿਕਟ ਵਿਖਾਓ। ਜੋਤੀ ਹੌਲੀ ਜਿਹੀ ਬੋਲੀ, ਮੇਰੇ ਕੋਲ ਟਿਕਟ ਨਹੀਂ ਹੈ। ਕਿੱਥੇ ਜਾਣਾ ਹੈ ਕੁੜੀਏ? ਪਤਾ ਨਹੀਂ, ਪਰ ਉਸ ਸ਼ਹਿਰ ਜਾਣਾ ਹੈ। ਹਾਂ, ਪਰ ਕਿਹੜੇ ਸ਼ਹਿਰ ਜਾਣਾ ਹੈ? ਜੋਤੀ ਨੇ ਕਿਹਾ। ਉਹ ਸਰ, ਉਹ ਅਗਲੇ ਸਟੇਸ਼ਨ। ਅੱਛਾ, ਦਿੱਲੀ? ਹਾਂ ਸਰ, ਦਿੱਲੀ। ਤੇਰੇ ਕੋਲ ਟਿਕਟ ਨਹੀਂ ਹੈਗੀ, ਜੁਰਮਾਨਾ ਲੱਗੇਗਾ। ਜੋਤੀ ਨੇ ਆਪਣੀ ਬੰਦ ਮੁੱਠੀ ਨੂੰ ਟੀਟੀ ਵੱਲ ਵਧਾਇਆ ਤੇ ਖੋਲ੍ਹ ਦਿੱਤੀ। 100 ਆ, 50 ਰੁਪਏ ਘੱਟ ਹਨ, ਟੀਟੀ ਨੇ ਕਿਹਾ। ਜੋਤੀ ਡਰ ਗਈ, ਪਰ ਉਹ ਕੁਝ ਕਹਿੰਦੀ ਉਦੋਂ ਹੀ ਸਰ ਆ ਲਓ 50 ਰੁਪਏ। ਇੱਕ 20 ਸਾਲ ਦਾ ਲੜਕਾ ਉੱਥੇ ਆਇਆ ਤੇ ਬਾਕੀ ਪੈਸੇ ਟੀਟੀ ਨੂੰ ਦਿੰਦਾ ਹੋਇਆ ਬੋਲਿਆ। ਜੋਤੀ ਉਸ ਨੂੰ ਵੇਖਦੀ ਹੈ ਪਰ ਉਹ ਉਸ ਨੂੰ ਜਾਣਦੀ ਨਹੀਂ ਸੀ। ਉਸਨੇ ਮੁੰਡੇ ਦਾ ਅਹਿਸਾਨ ਮੰਨਦੇ ਹੋਏ ਕਿਹਾ, ਧੰਨਵਾਦ ਵੀਰ, ਤੁਸੀਂ ਮੇਰੀ ਮਦਦ ਕੀਤੀ, ਨਹੀਂ ਤਾਂ ਉਹ ਮੈਨੂੰ ਇੱਥੇ ਉਤਾਰ ਦਿੰਦੇ। ਜੋਤੀ ਨੇ ਹੱਥ ਜੋੜ ਕੇ ਕਿਹਾ, ਉਹ ਕੋਈ ਗੱਲ ਨਹੀਂ, ਫਿਰ ਵੀ ਤੁਸੀਂ ਕਿੱਥੇ ਜਾ ਰਹੇ ਹੋ? ਤੁਹਾਡੇ ਨਾਲ ਕੌਣ ਹੈ? ਜੋਤੀ ਚੁੱਪ ਰਹੀ। ਉਸ ਦੀਆਂ ਨੀਵੀਆਂ ਅੱਖਾਂ ਵੇਖ ਕੇ ਮੁੰਡੇ ਨੇ ਕਿਹਾ, ਕੋਈ ਗੱਲ ਨਹੀਂ, ਜੇ ਤੁਸੀਂ ਨਹੀਂ ਦੱਸਣਾ ਚਾਹੁੰਦੇ ਤਾਂ ਮੈਂ ਵੈਸੇ ਪੁੱਛਿਆ ਸੀ। ਮੈਂ ਦਿੱਲੀ ਜਾ ਰਿਹਾ ਹਾਂ। ਮੈਂ ਸੋਚਿਆ ਤੁਸੀਂ ਵੀ ਉੱਥੇ ਜਾ ਰਹੇ ਹੋ, ਇਸ ਲਈ ਮੈਂ ਪੁੱਛ ਲਿਆ ਸੀ। ਦਿੱਲੀ ਦਾ ਨਾਂ ਸੁਣਦਿਆਂ ਹੀ ਜੋਤੀ ਦੀ ਅੱਖਾਂ ਵਿੱਚ ਚਮਕ ਆ ਗਈ। ਪਿੰਡ ਦੇ ਉਸ ਨਰਕ ਵਿੱਚ ਜਾਣ ਨਾਲੋਂ ਚੰਗਾ ਦਿੱਲੀ ਜਾ ਕੇ ਦੇਵ ਦਾ ਪਤਾ ਲੱਭਣਾ ਸਹੀ ਜਾਪਿਆ। ਇੱਕ ਵਾਰ ਜਦੋਂ ਉਹ ਪਿੰਡ ਛੱਡ ਕੇ ਆ ਗਈ ਤਾਂ ਉੱਥੇ ਵਾਪਸ ਕਿਹੜੇ ਮੂੰਹ ਨਾਲ ਜਾਵੇਗੀ? ਬਾਕੀ ਰਹੀ ਦੇਵ ਦੀ ਗੱਲ, ਉਹ ਸ਼ਾਇਦ ਕਿਸੇ ਮਜਬੂਰੀ ਕਾਰਨ ਨਹੀਂ ਆ ਸਕਿਆ ਹੋਵੇਗਾ। ਸ਼ਹਿਰ ਦਾ ਉਹ ਆਵੇਗਾ, ਇਹ ਸੋਚ ਕੇ ਜੋਤੀ ਨੇ ਦਿੱਲੀ ਉਤਰਨ ਦਾ ਫੈਸਲਾ ਕਰ ਲਿਆ। ਪਰ ਇਸ ਗੱਲ ਦਾ ਕੀ ਭਰੋਸਾ ਹੈ ਕਿ ਦੇਵ ਦਿੱਲੀ ਵਿੱਚ ਹੀ ਰਹਿੰਦਾ ਹੋਵੇਗਾ? ਸ਼ਹਿਰ ਤਾਂ ਹੋਰ ਵੀ ਕਈ ਹਨ। ਜੋਤੀ ਇਹ ਸੋਚ ਕੇ ਫਿਰ ਫਿਕਰਮੰਦ ਹੋ ਗਈ। ਉਸਨੇ ਸਾਹਮਣੇ ਬੈਠੇ ਉਸ ਅਜਨਬੀ ਤੋਂ ਆਪਣੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਲੈਣਾ ਠੀਕ ਸਮਝਿਆ। ਜੋਤੀ ਨੇ ਪੁੱਛਿਆ, ਵੀਰ ਤੁਸੀਂ ਸ਼ਹਿਰ ਕੀ ਕਰਨ ਜਾ ਰਹੇ ਹੋ? ਉਸ ਮੁੰਡੇ ਨੇ ਆਖਿਆ, ਮੈਂ ਸ਼ਹਿਰ ਵਿੱਚ ਪੜ੍ਹਦਾ ਹਾਂ। ਪੜ੍ਹਾਈ ਦਾ ਨਾਂ ਸੁਣ ਕੇ ਜੋਤੀ ਫਿਰ ਚੌਕਸ ਹੋ ਗਈ ਤੇ ਉਸ ਨਾਲ ਗੱਲਾਂ ਕਰਨ ਲੱਗ ਪਈ। ਜੋਤੀ ਬੋਲੀ, ਹਾਂ ਸਾਡੇ ਪਿੰਡ ਦੇ ਮੁੰਡੇ ਵੀ ਸ਼ਹਿਰ ਪੜ੍ਹਨ ਜਾਂਦੇ ਹਨ। ਉਸ ਅਜਨਬੀ ਨੇ ਆਖਿਆ, ਪਰ ਤੁਸੀਂ ਕਿਉਂ ਜਾ ਰਹੇ ਹੋ? ਉਹ ਮੈਂ ਵੀ ਪੜ੍ਹਾਈ ਕਰਨ ਲਈ ਜਾ ਰਹੀ ਹਾਂ। ਉਹ ਸਾਡੇ ਪਿੰਡ ਦਾ ਦੇਵ ਹੈ ਨਾ? ਉਸਨੇ ਕਿਹਾ, ਸ਼ਹਿਰ ਦੀ ਪੜ੍ਹਾਈ ਬਹੁਤ ਵਧੀਆ ਹੈ। ਤਾਂ ਕਰਕੇ ਦੇਵ, ਉਹ ਸਰਪੰਚ ਜੀ ਦਾ ਮੁੰਡਾ ਉਹੀ ਹੈ ਨਾ? ਹਾਂ ਹਾਂ ਉਹੀ, ਜੋਤੀ ਨੇ ਖੁਸ਼ੀ ਨਾਲ ਕਿਹਾ। ਤੁਸੀਂ ਉਸ ਨੂੰ ਜਾਣਦੇ ਹੋ? ਹਾਂ, ਅਸੀਂ ਦੋਵੇਂ ਇੱਕੋ ਕਾਲਜ ਵਿੱਚ ਪੜ੍ਹਦੇ ਹਾਂ। ਮੈਂ ਵੀ ਛੁੱਟੀਆਂ ਵਿੱਚ ਪਿੰਡ ਆਇਆ ਸੀ, ਹੁਣ ਵਾਪਸ ਕਾਲਜ ਜਾ ਰਿਹਾ ਹਾਂ। ਇਹ ਸੁਣ ਕੇ ਜੋਤੀ ਦੇ ਦਿਲ ਵਿੱਚ ਹਜ਼ਾਰਾਂ ਫੁੱਲ ਖਿੜ ਗਏ। ਉਸ ਦੀ ਉਦਾਸੀ ਇੱਕਦਮ ਮੁਸਕਰਾਹਟ ਵਿੱਚ ਬਦਲ ਗਈ। ਇਸ ਅਜਨਬੀ ਨੇ ਉਸ ਦੀਆਂ ਸਾਰੀਆਂ ਮੁਸ਼ਕਲਾਂ ਪਲ ਭਰ ਵਿੱਚ ਹੀ ਹੱਲ ਕਰ ਦਿੱਤੀਆਂ ਸਨ। ਜੋਤੀ ਠੀਕ ਹੈ, ਦੇਵ ਤੁਹਾਡੇ ਨਾਲ ਪੜ੍ਹਦਾ ਹੈ? ਕੀ ਤੁਸੀਂ ਮੈਨੂੰ ਆਪਣੇ ਕਾਲਜ ਦੇ ਨੇੜੇ ਕਿਸੇ ਥਾਂ 'ਤੇ ਰੁਕਵਾ ਦਿਓਗੇ?
ਹਾਂ ਹਾਂ ਜ਼ਰੂਰ, ਨੇੜੇ ਤੇੜੇ ਬਹੁਤ ਸਾਰੇ ਹੋਟਲ ਹਨ, ਮੈਂ ਤੁਹਾਨੂੰ ਦਿਖਾਵਾਂਗਾ। ਜੋਤੀ ਦਾ ਚਿਹਰਾ ਗੁਲਾਬ ਵਾਂਗ ਖਿੜ ਗਿਆ। ਉਹ ਪਤਾ ਨਹੀਂ ਕਿਹੜੀਆਂ ਸੋਚਾਂ ਵਿੱਚ ਗਵਾਚ ਗਈ। ਉਸ ਨੂੰ ਸਮੇਂ ਦਾ ਵੀ ਪਤਾ ਨਹੀਂ ਸੀ। ਰਾਤ ਦੇ 1:30 ਵੱਜ ਚੁੱਕੇ ਸਨ ਤੇ ਇੱਕ ਲੰਮੀ ਸੀਟੀ ਵੱਜੀ। ਰੇਲ ਗੱਡੀ ਰੁਕ ਗਈ। ਸਾਹਮਣੇ ਸਟੇਸ਼ਨ ਸੀ। ਉਸ ਮੁੰਡੇ ਨੇ ਸੁਪਨੇ 'ਚੋਂ ਜੋਤੀ ਨੂੰ ਜਗਾਇਆ ਤੇ ਕਿਹਾ, ਚਲੋ ਸਟੇਸ਼ਨ ਆ ਗਿਆ ਹੈ। ਇਹ ਭਰਾ ਤੁਹਾਨੂੰ ਕਮਰਾ ਦਿਖਾਏਗਾ। ਮੈਂ ਉਸ ਨਾਲ ਸਾਰੀ ਗੱਲ ਕਰ ਲਈ ਹੈ। ਉੱਥੇ ਸਿਰਫ ਕੁੜੀਆਂ ਹੀ ਰਹਿੰਦੀਆਂ ਹਨ। ਤੁਹਾਨੂੰ ਕੋਈ ਸਮੱਸਿਆ ਨਹੀਂ ਹੋਵੇਗੀ। ਤੇ ਹਾਂ, ਤੁਸੀਂ ਪੜ੍ਹਾਈ ਲਈ ਕਿੱਥੇ ਦਾਖਲਾ ਲਓਗੇ? ਤੁਹਾਡੇ ਕੋਲ ਪੈਸੇ ਤਾਂ ਹੈਗੇ ਨਹੀਂ ਹਨ। ਉਸ ਲੜਕੇ ਨੇ ਆਪਣਾ ਬਟੂਆ ਕੱਢਿਆ ਦੇ ਹੋਏ ਜੋਤੀ ਨੂੰ ਪੁੱਛਿਆ ਤੇ 5-500 ਦੇ 2 ਨੋਟ ਉਸਦੇ ਹੱਥ ਵਿੱਚ ਦਿੱਤੇ। ਇਹ ਲਓ, ਜਦੋਂ ਤੱਕ ਪੈਸੇ ਨਹੀਂ ਆਉਂਦੇ ਇਹ ਨਾਲ ਕੰਮ ਚਲਾ ਲੈਣਾ। ਵੈਸੇ ਪਿੰਡ ਤੋਂ ਤੇਰੇ ਕੋਲ ਕੌਣ ਆਵੇਗਾ? ਕੋਈ ਤਾਂ ਦਾਖਲਾ ਕਰਵਾਉਣ ਆਵੇਗਾ। ਇੱਕ ਅਧਖੜ ਉਮਰ ਦੇ ਵਿਅਕਤੀ ਨਾਲ ਜਾਣ ਪਛਾਣ ਕਰਾਉਂਦੇ ਹੋਏ ਲੜਕੇ ਨੇ ਜੋਤੀ ਨਾਲ ਸਾਰੀ ਗੱਲਬਾਤ ਕੀਤੀ। ਜੋਤੀ ਘਬਰਾ ਕੇ ਖੜੀ ਰਹੀ। ਉਸਨੇ ਸੋਚਿਆ ਸੀ ਕਿ ਉਹ ਮੁੰਡਾ ਆਪ ਹੀ ਉਸਦੇ ਰਹਿਣ ਦਾ ਇੰਤਜ਼ਾਮ ਕਰੇਗਾ ਤੇ ਦੇਵ ਦੇ ਆਉਣ ਦੀ ਖਬਰ ਵੀ ਉਸਦੇ ਰਾਹੀਂ ਹੀ ਮਿਲ ਜਾਵੇਗੀ। ਜੋਤੀ ਦੇਵ ਦੇ ਕਾਲਜ ਦੇ ਕੋਲ ਕਿਸੇ ਜਗ੍ਹਾ ਰੋਕ ਕੇ ਉਸਦੇ ਆਉਣ ਦੀ ਉਡੀਕ ਕਰਨੀ ਚਾਹੁੰਦੀ ਸੀ। ਉਹ ਆ ਗਿਆ ਤਾਂ ਉਸਦੇ ਮਨ ਦੀਆਂ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ। ਉਸਦੇ ਕੋਲ ਤਾਂ ਇੱਕ ਪੈਸਾ ਵੀ ਨਹੀਂ ਸੀ। ਉਹ ਕਿਸੇ ਅਣਜਾਣ ਸ਼ਹਿਰ ਵਿੱਚ ਕਿਵੇਂ ਰਹਿ ਸਕਦੀ ਸੀ? ਜੋਤੀ ਦਾ ਚਿਹਰਾ ਚਿੰਤਾ ਨਾਲ ਫਿੱਕਾ ਪੈ ਗਿਆ। ਉਸਦੇ ਹਾਵ ਭਾਵ ਬਦਲ ਗਏ। ਇੰਨੀ ਦੇਰ ਰਾਤ ਕਿਸੇ ਹੋਰ ਆਦਮੀ ਦੇ ਨਾਲ ਜਾਣ ਬਾਰੇ ਸੁਣ ਕੇ ਜੋਤੀ ਪੂਰੀ ਤਰ੍ਹਾਂ ਡਰ ਗਈ। ਮਨ ਵਿੱਚ ਗੜਬੜ ਹੋ ਰਹੀ ਸੀ। ਸੱਚਾਈ ਉਸ ਲੜਕੇ ਨੂੰ ਦੱਸ ਨਹੀਂ ਸਕਦੀ ਸੀ। ਉਹ ਚੰਗੀ ਤਰ੍ਹਾਂ ਜਾਣਦੀ ਸੀ ਕਿ ਜੇ ਉਹ ਇਕੱਲੀ ਚਲੀ ਗਈ ਤਾਂ ਪੈਸੇ ਤੋਂ ਬਿਨਾਂ ਕੀ ਹੋਵੇਗਾ। ਰਹੀ ਗੱਲ ਦਾਖਲੇ ਦੀ, ਤਾਂ ਕੋਈ ਆਉਣੋਂ ਰਿਹਾ ਉਸਦੇ ਕੋਲ। ਇੱਥੇ ਤਾਂ ਉਸ ਨੂੰ ਕੋਈ ਵੀ ਨਹੀਂ ਜਾਣਦਾ ਸੀ ਤੇ ਪਿੰਡੋਂ ਕਿਸੇ ਨਹੀਂ ਆਉਣਾ ਸੀ। ਜੋਤੀ ਪਸੀਨੇ ਨਾਲ ਭਿੱਜੀ ਉੱਥੇ ਖੜੀ ਸੀ। ਆਪਣੇ ਪੈਰਾਂ ਦੇ ਨਹੁੰ ਨਾਲ ਜ਼ਮੀਨ ਨੂੰ ਪੁੱਟਦੀ ਹੋਈ ਨੇ ਅਚਾਨਕ ਉੱਪਰ ਵੱਲ ਵੇਖਿਆ ਤੇ ਕਿਹਾ, ਨਹੀਂ ਨਹੀਂ, ਮੈਂ ਤਾਂ ਤੁਹਾਡੇ ਨਾਲ ਜਾਣਾ ਚਾਹੁੰਦੀ ਹਾਂ। ਪਰ ਇਹ ਕੀ ਹੈ? ਉਹ ਮੁੰਡਾ ਤਾਂ ਉੱਥੇ ਹੈਗਾ ਹੀ ਨਹੀਂ ਸੀ। ਜੋਤੀ ਨੇ ਚਾਰੇ ਪਾਸੇ ਘੁੰਮ ਕੇ ਵੇਖਿਆ। ਮੁੰਡਾ ਗਾਇਬ ਸੀ। ਜੋਤੀ ਬੋਲੀ, ਹੇ, ਉਹ ਕਿੱਥੇ ਗਿਆ? ਉਸ ਅਧਖੜ ਉਮਰ ਦੇ ਆਦਮੀ ਨੇ ਕਿਹਾ, ਉਹ ਪੈਸੇ ਦੇ ਕੇ ਚਲਾ ਗਿਆ। ਆਓ ਮੈਂ ਤੁਹਾਨੂੰ ਕਮਰੇ ਵਿੱਚ ਛੱਡ ਆਵਾਂ। ਜਿਵੇਂ ਜੋਤੀ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਹੋਵੇ। ਉਸ ਦੀਆਂ ਅੱਖਾਂ ਵਿੱਚ ਅੱਥਰੂ ਸਨ। ਇੰਨਾ ਵੱਡਾ ਸ਼ਹਿਰ ਅੱਧੀ ਰਾਤ ਨੂੰ ਕਿਸੇ ਅਜਨਬੀ ਨਾਲ ਕਿਵੇਂ ਚਲੀ ਜਾਵੇ? ਜੋਤੀ ਦੇ ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਖਿਆਲ ਆਉਣ ਲੱਗੇ। ਮੈਂ ਹੁਣ ਕੀ ਕਰਾਂ? ਦੇਵ ਨੂੰ ਮਿਲਣ ਦੀ ਇੱਕ ਆਸ ਸੀ, ਉਹ ਵੀ ਮੁੱਕ ਗਈ। ਹੁਣ ਮੈਂ ਕਿੱਥੇ ਲੱਭਾਂਗੀ? ਪਰ ਉਹ ਕਿੱਥੇ ਚਲਾ ਗਿਆ ਹੈ? ਮੈਨੂੰ ਉਸ ਦਾ ਪਤਾ ਦਿਓ, ਮੈਂ ਆਪਣੇ ਆਪ ਚਲੀ ਜਾਵਾਂਗੀ। ਮੈਨੂੰ ਉਸ ਦੇ ਕਾਲਜ ਦੇ ਨੇੜੇ ਕਮਰਾ ਚਾਹੀਦਾ ਹੈ। ਜੋਤੀ ਨੇ ਰੋਂਦੇ ਹੋਏ ਕਿਹਾ, ਬੇਟੀ, ਮੈਂ ਤੈਨੂੰ ਉੱਥੇ ਲੈ ਕੇ ਜਾਵਾਂਗਾ, ਤੂੰ ਚੱਲ ਮੇਰੇ ਨਾਲ। ਆਦਮੀ ਨੇ ਮੁਸਕਰਾ ਕੇ ਕਿਹਾ, ਫਿਰ ਉਹ ਕਿਉਂ ਛੱਡ ਗਿਆ? ਜੋਤੀ ਨੇ ਥੋੜਾ ਗੁੱਸੇ ਨਾਲ ਪੁੱਛਿਆ। ਦੇਖੋ, ਮੈਂ ਤੁਹਾਨੂੰ ਕਿਹਾ ਨਾ, ਮੈਂ ਤੁਹਾਨੂੰ ਉੱਥੇ ਲੈ ਜਾਵਾਂਗਾ। ਆਦਮੀ ਨੇ ਹੁਣ ਅੱਖਾਂ ਕੱਢ ਕੇ ਕਿਹਾ। ਜੋਤੀ ਪਿੱਛੇ ਹਟ ਗਈ। ਉਹ ਪੂਰੀ ਤਰ੍ਹਾਂ ਡਰ ਗਈ ਸੀ। ਆ ਜਾਵੋ ਬੇਟੀ, ਮੈਂ ਤੁਹਾਨੂੰ ਲੈ ਚੱਲਦਾ ਉੱਥੇ। ਆਦਮੀ ਨੇ ਥੋੜਾ ਹੱਸ ਕੇ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਜੋਤੀ ਕੋਲ ਹੋਰ ਕੋਈ ਹੱਲ ਨਹੀਂ ਸੀ ਤੇ ਉਹ ਉਸ ਆਦਮੀ ਦੇ ਪਿੱਛੇ ਪਿੱਛੇ ਚੱਲ ਪਈ। ਅਜਿਹੇ ਘਰ ਦਾ ਢਾਂਚਾ ਜਿਸ ਵਿੱਚ ਅਣਗਿਣਤ ਤਰੇੜਾਂ ਸਨ। ਤੰਗ ਗਲੀਆਂ ਵਿੱਚੋਂ ਲੰਘਦਿਆਂ ਇੱਕ ਖੰਡਰ ਘਰ ਜਿਸ ਵਿੱਚ ਕਈ ਛੋਟੇ ਛੋਟੇ ਕਮਰੇ ਬਣੇ ਹੋਏ ਸਨ। ਉਹ ਆਦਮੀ ਜੋਤੀ ਨੂੰ ਲੈ ਕੇ ਆਇਆ। ਰਾਤ ਦੇ 2:30 ਵੱਜ ਚੁੱਕੇ ਸਨ। ਕੁੱਤੇ ਭੌਂਕ ਰਹੇ ਸਨ। ਸਾਹਮਣੇ ਸੜਕ ਉੱਤੇ ਹੱਥ ਰਿਕਸ਼ਿਆਂ ਦੀ ਕਤਾਰ ਸੀ। ਉੱਥੇ ਫੁੱਟਪਾਥ 'ਤੇ ਰਿਕਸ਼ਿਆਂ ਦੇ ਮਾਲਕ ਚਾਦਰ ਵਿਛਾ ਕੇ ਸੌਂ ਰਹੇ ਸਨ। ਉਸ ਸੜਕ 'ਤੇ ਸਨਾਟਾ ਛਾਇਆ ਹੋਇਆ ਸੀ। ਪਰ ਜਿਸ ਸੜਕ 'ਤੇ ਇਹ ਖਸਤਾ ਹਾਲ ਮਕਾਨ ਖੜਾ ਸੀ, ਉਸ 'ਤੇ ਕਾਫੀ ਆਵਾਜਾਈ ਸੀ। ਮੇਲੇ ਵਰਗਾ ਮਾਹੌਲ ਸੀ। 2-3 ਪੁਲਿਸ ਵਾਲੇ ਵੀ ਉੱਥੇ ਆ ਰਹੇ ਸਨ। ਉਹਨਾਂ ਨੂੰ ਦੇਖ ਕੇ ਜੋਤੀ ਦੇ ਮਨ ਨੂੰ ਥੋੜ੍ਹੀ ਤਸੱਲੀ ਹੋਈ। ਪਰ ਇੰਨੀ ਰਾਤ ਨੂੰ ਉੱਥੇ ਚਹਿਲ ਪਹਿਲ ਵੇਖ ਕੇ ਜੋਤੀ ਹੈਰਾਨ ਸੀ, ਕਿਉਂਕਿ ਉਸਦੇ ਪਿੰਡ ਵਿੱਚ ਤਾਂ 7 ਕੁ ਵਜੇ ਚੁੱਪ ਛਾ ਜਾਂਦੀ ਹੈ। ਸ਼ਹਿਰਾਂ ਵਿੱਚ ਅਜਿਹਾ ਹੀ ਹੁੰਦਾ ਹੋਵੇਗਾ। ਇਹ ਸੋਚ ਕੇ ਉਹ ਉਸ ਆਦਮੀ ਦੇ ਪਿੱਛੇ ਪਿੱਛੇ ਜਾਣ ਲੱਗੀ। ਉਹ ਆਦਮੀ ਜੋਤੀ ਨੂੰ ਲੈ ਕੇ ਘਰ ਵਿੱਚ ਦਾਖਲ ਹੋਇਆ। ਹਨੇਰੇ ਦੇ ਗੁਪਤ ਰਸਤੇ ਰਾਹੀਂ ਉਹ ਉਸ ਨੂੰ ਇੱਕ ਛੋਟੇ ਕਮਰੇ ਵਿੱਚ ਲੈ ਆਇਆ। ਜੋਤੀ ਨੂੰ ਕੁਝ ਵੀ ਵਿਖਾਈ ਨਹੀਂ ਦੇ ਰਿਹਾ ਸੀ। ਉਸਨੇ ਕਿਹਾ, ਅੰਕਲ, ਇੱਥੇ ਬਿਜਲੀ ਨਹੀਂ ਹੈ? ਇੱਥੇ ਇੰਨਾ ਹਨੇਰਾ ਕਿਉਂ ਹੈ? ਕੀ ਇਹ ਉਹ ਥਾਂ ਹੈ ਜਿੱਥੇ ਤੁਸੀਂ ਮੈਨੂੰ ਕਮਰਾ ਦਿਵਾ ਰਹੇ ਹੋ? ਦੇਵ ਦਾ ਕਾਲਜ ਵੀ ਇੱਥੋਂ ਨੇੜੇ ਹੈ? ਸਾਹਮਣੇ ਤੋਂ ਕੋਈ ਜਵਾਬ ਨਹੀਂ ਆਇਆ। ਅੰਕਲ, ਤੁਸੀਂ ਕਿੱਥੇ ਹੋ? ਤੁਸੀਂ ਕੁਝ ਬੋਲ ਨਹੀਂ ਰਹੇ ਹੋ। ਤੇ ਉਸ ਹਨੇਰੇ ਵਿੱਚ ਇੱਕ ਹਾਸਾ ਸੁਣਾਈ ਦਿੱਤਾ। ਬੇਟੀ, ਹੁਣ ਤੁਹਾਡੇ ਜੀਵਨ ਵਿੱਚ ਸਿਰਫ ਰੋਸ਼ਨੀ ਹੋਵੇਗੀ। ਕਿਸੇ ਔਰਤ ਦੇ ਹੱਸਣ ਤੇ ਬੋਲਣ ਦੀ ਆਵਾਜ਼ ਆਈ। ਉਹ ਯਾਰ, ਲਾਈਟ ਤਾਂ ਚਲਾ ਦਿਓ। ਆਓ ਵੇਖਿਓ ਤੁਸੀਂ ਕਿਸ ਤਰ੍ਹਾਂ ਦਾ ਪਟਾਕਾ ਲੈ ਕੇ ਆਏ ਹੋ। ਉਹ ਮੁੰਡਾ ਬਹੁਤ ਤਾਰੀਫ ਕਰ ਰਿਹਾ ਸੀ। ਪੂਰੇ 2 ਲੱਖ ਦਿੱਤੇ ਹਨ ਇਸ ਆਈਟਮ ਦੇ। ਉਸ ਲੜਕੇ ਨੂੰ, ਮੈਡਮ ਜੀ ਦੇ ਦਰਸ਼ਨ ਤਾਂ ਕਰਾ ਜਰਾ। ਉਸ ਅਧਖੜ ਉਮਰ ਦੇ ਆਦਮੀ ਨੇ ਬਲਬ ਜਗਾਇਆ ਤੇ ਜੋਤੀ ਦਾ ਹੱਥ ਫੜ ਕੇ ਔਰਤ ਵੱਲ ਧੱਕਾ ਦਿੱਤਾ ਤੇ ਹੱਸਣ ਲੱਗਾ।
ਦੋਹਾਂ ਦੇ ਭੈੜੇ ਹਾਸੇ ਨਾਲ ਛੋਟਾ ਜਿਹਾ ਕਮਰਾ ਕੰਬ ਉੱਠਿਆ। ਉਸ ਦੇ ਸਾਹਮਣੇ ਇੱਕ ਮੋਟੀ ਔਰਤ ਬੈਠੀ ਸੀ ਜੋ ਆਪਣੇ ਮੂੰਹ ਵਿੱਚ ਪਾਨ ਖਾਂਦੀ ਹੋਈ ਲਾਲ ਬੁੱਲ੍ਹਾਂ ਨਾਲ ਰਾਖਸ਼ ਵਾਂਗ ਹੱਸ ਰਹੀ ਸੀ। ਜੋਤੀ ਨੂੰ ਉੱਪਰ ਤੋਂ ਹੇਠਾਂ ਤੱਕ ਵੇਖਦੀ ਹੋਈ ਬੋਲੀ, ਵਾਹ ਭਰਾ, ਦਿਲ ਖੁਸ਼ ਹੋ ਗਿਆ ਹੈ। ਆਪਣੇ ਹੱਥ ਦੀਆਂ ਉਂਗਲਾਂ ਨੂੰ ਆਪਣੇ ਬੁੱਲ੍ਹਾਂ ਨੂੰ ਛੂਹ ਕੇ ਉਸਨੇ ਜੋਤੀ ਵੱਲ ਇੱਕ ਚੁੰਮਣ ਸੁੱਟਿਆ। ਵਾਹ ਸੋਨੇ ਦੀ ਮੁਰਗੀ ਹੈ ਭਾਈ, ਬਾਜ਼ਾਰ ਵਿੱਚ ਕਿਆਮਤ ਆ ਜਾਵੇਗੀ। ਇਹ ਕਹਿ ਕੇ ਉਸਨੇ ਆਪਣੀ ਸਾੜੀ ਦੀ ਗੰਢ 'ਚੋਂ ਪੈਸਿਆਂ ਦੀ ਗੱਠੀ ਕੱਢ ਕੇ ਉਸ ਆਦਮੀ ਵੱਲ ਸੁੱਟ ਦਿੱਤੀ। ਪੈਸੇ ਛਪਾ ਕੇ ਉਹ ਹੱਸਦਾ ਹੋਇਆ ਚਲਾ ਗਿਆ। ਜੋਤੀ ਨੂੰ 5 ਮਿੰਟਾਂ ਦੀ ਪੂਰੀ ਖੇਡ ਸਮਝਣ ਵਿੱਚ ਦੇਰ ਨਹੀਂ ਲੱਗੀ। ਜਗੀਰਾਂ ਦੇ ਪੈਰਾਂ ਕੋਲ ਖੜੀ ਜੋਤੀ ਡਰ ਨਾਲ ਕੰਬਣ ਲੱਗੀ। ਉਹ ਉਸ ਆਦਮੀ ਦੇ ਮਗਰ ਭੱਜਣ ਹੀ ਵਾਲੀ ਸੀ ਕਿ ਔਰਤ ਨੇ ਬੇਰਹਿਮੀ ਨਾਲ ਉਸ ਦਾ ਗੁੱਟ ਫੜ ਲਿਆ ਤੇ ਉਸਨੂੰ ਉਲਟਾ ਮਰੋੜ ਦਿੱਤਾ ਤੇ ਕਿਹਾ, ਬਹੁਤਾ ਫੁੜਫੜਾ ਨਾ ਮੁਰਗੀ, ਨਹੀਂ ਤਾਂ ਮੈਂ ਇੱਥੇ ਹੀ ਤੇਰੀ ਧੌਣ ਹਲਾਲ ਕਰ ਦੇਵਾਂਗੀ, ਸਮਝੀ। ਤੇ 2 ਪਲ ਪਹਿਲਾਂ ਜੋ ਡੈਣ ਹੱਸ ਰਹੀ ਸੀ ਉਹ ਜੋਤੀ ਵੱਲ ਗੁੱਸੇ ਨਾਲ ਲਾਲ ਪੀਲੀ ਹੋ ਕੇ ਵੇਖਣ ਲੱਗਦੀ। ਉਹ ਕੁੜੀਓ, ਇਸ ਨੂੰ ਆਪਣੇ ਨਾਲ ਲੈ ਜਾਵੋ ਤੇ ਕਮਰੇ ਵਿੱਚ ਬੰਦ ਕਰ ਦਿਓ। ਕੱਲ੍ਹ ਸਵੇਰੇ ਦੇਖਾਂਗੇ ਇਸ ਦਾ ਕੀ ਕਰਨਾ ਹੈ। 3-4 ਕੁੜੀਆਂ ਹੱਸਦੀਆਂ ਹੋਈਆਂ ਆਈਆਂ ਤੇ ਜੋਤੀ ਨੂੰ ਨਾਲ ਲੈ ਕੇ ਜਾਣ ਲੱਗੀਆਂ। ਜੋਤੀ ਨੇ ਵਿਰੋਧ ਕੀਤਾ ਤੇ ਕਿਹਾ, ਮੈਨੂੰ ਛੱਡ ਦਿਓ ਤੁਸੀਂ। ਜਗੀਰਾਂ ਵੱਲ ਵੇਖ ਕੇ ਉਸਨੇ ਫਿਰ ਕਿਹਾ, ਕੌਣ ਹੈ ਤੂੰ? ਮੈਨੂੰ ਇੱਥੇ ਕਿਉਂ ਲੈ ਕੇ ਆਈ ਹੈ? ਮੈਨੂੰ ਜਾਣ ਦਿਓ, ਮੈਂ ਇੱਥੇ ਨਹੀਂ ਰਹਿਣਾ। ਉਸ ਅੰਕਲ ਨੇ ਤਾਂ ਕਿਹਾ ਸੀ ਕਿ ਉਹ ਕਮਰਾ ਲੈ ਕੇ ਦੇਵੇਗਾ ਤੇ ਉੱਚੀ ਉੱਚੀ ਰੋਣ ਲੱਗ ਪਈ। ਜਗੀਰਾਂ ਨੇ ਆਖਿਆ, ਹਾਂ ਮੈਂ ਤੈਨੂੰ ਕਮਰਾ ਲੈ ਕੇ ਦਿਆਂਗੀ ਮੇਰੀ ਲਾਡੋ, ਪਹਿਲਾਂ ਤੁਸੀਂ ਤੜਫਣਾ ਬੰਦ ਕਰੋ ਤੇ ਯਾਦ ਰੱਖੀ ਕੁੜੀਏ, ਤੇਰੇ ਪੂਰੇ 3 ਲੱਖ ਦਿੱਤੇ ਹਨ। ਜੇ ਜ਼ਿਆਦਾ ਤੜਫੀ ਤਾਂ ਗਲ ਵੱਢ ਦੇਣਾ ਤੇਰੀ, ਸਮਝੀ ਕਿ ਨਹੀਂ। ਜਗੀਰਾਂ ਨੇ ਚੀਕ ਕੇ ਜੋਤੀ ਦਾ ਗਲਾ ਫੜ ਲਿਆ। ਤੇਰੇ ਕੋਲ 2 ਦਿਨ ਹਨ, ਜਿੰਨਾ ਰੋਣਾ ਚੀਕਣਾ ਚਾਹੁੰਦੀ ਹੈ ਚੀਕ ਲੈ। ਚੱਲ ਹੁਣ ਇੱਥੋਂ ਚਲੀ ਜਾ। ਧੱਕਾ ਮਾਰ ਕੇ ਉਸਨੇ ਕੁੜੀਆਂ ਵੱਲ ਇਸ਼ਾਰਾ ਕਰਦੇ ਹੋਏ ਜੋਤੀ ਨੂੰ ਆਪਣੇ ਨਾਲ ਲੈ ਜਾਣ ਲਈ ਕਿਹਾ। ਵਿਚਾਰੀ ਜੋਤੀ ਨੂੰ ਘਸੀੜ ਕੇ ਇੱਕ ਛੋਟੀ ਜਿਹੀ ਹਨੇਰੀ ਕੋਠੀ ਵਿੱਚ ਬੰਦ ਕਰ ਦਿੱਤਾ ਗਿਆ ਤੇ ਬਾਹਰੋਂ ਆਵਾਜ਼ ਆਈ, ਜਦੋਂ ਤਾਈ ਦੀ ਸ਼ਰਤ ਮੰਨ ਗਈ ਤਾਂ ਬੂਹਾ ਖੜਕਾ ਦੇਣਾ, ਅਸੀਂ ਖੋਲ੍ਹ ਦੇਵਾਂਗੀਆਂ। ਤੇ ਹੱਸਦੀਆਂ ਹੋਈਆਂ ਉਹ ਕੁੜੀਆਂ ਗਾਇਬ ਹੋ ਗਈਆਂ। 2 ਦਿਨਾਂ ਤੋਂ ਉਸ ਕਾਲੀ ਕੋਠੀ ਵਿੱਚ ਜੋਤੀ ਬੇਸੁੱਧ ਪਈ ਰਹੀ। ਰੋਣ ਨਾਲ ਉਸਦੀਆਂ ਅੱਖਾਂ ਸੁੱਜ ਗਈਆਂ ਤੇ ਉਹਨਾਂ ਦੇ ਆਲੇ ਦੁਆਲੇ ਲਾਲ ਕਾਲੇ ਨਿਸ਼ਾਨ ਉੱਭਰ ਆਏ ਸਨ। ਉਸ ਜ਼ਾਲਮ ਔਰਤ ਨੇ ਉਸਨੂੰ ਨਾ ਤਾਂ ਪੀਣ ਲਈ ਪਾਣੀ ਦਿੱਤਾ ਤੇ ਨਾ ਹੀ ਖਾਣਾ ਦਿੱਤਾ ਸੀ। ਇਸ ਤੋਂ ਇਲਾਵਾ ਕੁਦਰਤੀ ਲੋੜਾਂ ਲਈ ਵੀ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ। ਗਿੱਲੇ ਕੱਪੜਿਆਂ ਤੋਂ ਅਸਹਿ ਗੰਧ ਆ ਰਹੀ ਸੀ। ਜੋਤੀ ਉਸ ਨਰਕ ਵਰਗੀ ਜਗ੍ਹਾ 'ਤੇ ਜਿੰਦਾ ਲਾਸ਼ ਵਾਂਗੂ ਪਈ ਸੀ। ਰੋਣ ਨਾਲ ਗੱਲ੍ਹਾਂ 'ਤੇ ਹੰਝੂਆਂ ਦੀਆਂ ਪਰਤਾਂ ਜੰਮ ਗਈਆਂ ਸਨ। ਜੋਤੀ ਰੋਂਦੀ ਮਾਂ ਨੂੰ ਯਾਦ ਕਰ ਰਹੀ ਸੀ। ਕਿਹੜੀ ਘੜੀ ਘਰੋਂ ਭੱਜ ਵਿਚਾਰੀ ਕੁੜੀ ਅੱਜ ਅਜਿਹਾ ਦਿਨ ਦੇਖਣਾ ਪਿਆ। ਬਿਨਾਂ ਕਿਸੇ ਹੁੰਗਾਰੇ ਦੇ ਕੋਨੇ ਵਿੱਚ ਬੇਜਾਨ ਪਈ ਜੋਤੀ ਭੁੱਖ ਪਿਆਸ ਨਾਲ ਮਰ ਰਹੀ ਸੀ। ਪਰ 2 ਦਿਨ ਬੀਤ ਜਾਣ ਤੋਂ ਬਾਅਦ ਵੀ ਉਸਨੇ ਦਰਵਾਜ਼ਾ ਨਹੀਂ ਖੜਕਾਇਆ ਸੀ। ਜੇ ਉਸਨੂੰ ਆਪਣੀ ਜਾਨ ਵੀ ਦੇਣੀ ਪਵੇ ਤਾਂ ਵੀ ਉਹ ਜਗੀਰਾਂ ਦੀ ਗੱਲ ਮੰਨ ਕੇ ਦਰਵਾਜ਼ਾ ਖੜਕਾਉਣ ਲਈ ਜ਼ਮੀਰ ਨਹੀਂ ਮਾਰ ਸਕਦੀ ਸੀ। ਆਖਰ ਤੀਜੇ ਦਿਨ ਸਵੇਰੇ ਜਗੀਰਾਂ ਆਪ ਆਈ। ਉਸਨੇ ਕਮਰਾ ਖੋਲ੍ਹਿਆ। ਅੰਦਰੋਂ ਭਿਆਨਕ ਬਦਬੂ ਆ ਰਹੀ ਸੀ। ਉਸਨੇ ਜੋਤੀ ਨੂੰ ਗੁੱਤ ਤੋਂ ਫੜ ਕੇ ਚੁੱਕਿਆ ਤੇ ਆਪਣਾ ਬਦਸੂਰਤ ਚਿਹਰਾ ਉਸਦੇ ਮੂੰਹ ਨਾਲ ਲਾ ਕੇ ਕਿਹਾ, ਤੂੰ ਬਹੁਤ ਜਿੱਦੀ ਕੁੜੀ ਹੈ, ਬੜੀ ਪੱਕੀ ਨਿਕਲੀ, ਪਰ ਮੈਂ ਵੀ ਕੱਚੀ ਮੂਲੀ ਨਹੀਂ ਹਾਂ, ਸਮਝੀ। ਵੇਖਦੀ ਹਾਂ ਤੈਨੂੰ, ਤੂੰ ਕਿਵੇਂ ਨਹੀਂ ਮੰਨਦੀ। ਜਾਓ ਕੁੜੀਓ, ਇਸ ਕਮੀਨੀ ਨੂੰ ਨਹਾਓ ਤੇ ਖਾਣਾ ਖਾਣ ਨੂੰ ਦਿਓ। ਜੇ ਆਕੜ ਖਾਵੇ ਤਾਂ 2-4 ਚਪੇੜਾਂ ਮਾਰ ਦੇਣਾ ਹਰਾਮਜ਼ਾਦੀ ਦੇ। ਮੈਂ ਅੱਜ ਰਾਤ ਹੀ ਇਸ ਦਾ ਪਹਿਲਾ ਸੌਦਾ ਕਰਦੀ ਹਾਂ। ਕੁੜੀਆਂ ਉਸ ਨੂੰ ਨਹਾਉਣ ਲਈ ਖਿੱਚ ਕੇ ਲੈ ਗਈਆਂ। ਟਾਇਲਟ ਵੱਲ ਤੱਕ ਕੇ ਉਹ ਉੱਥੇ ਹੀ ਖੜੀਆਂ ਹੋ ਗਈਆਂ। ਹੁਣ ਸਾਡੇ ਮੂੰਹ ਵੱਲ ਨਾ ਵੇਖ, ਇਸ ਤਰ੍ਹਾਂ ਹੀ ਬੈਠ ਜਾ ਇੱਥੇ, ਸਭ ਕੁਝ ਖੁੱਲ੍ਹਾ ਹੀ ਚੱਲਦਾ ਹੈ ਇੱਥੇ, ਕਿਹੜਾ ਪਰਦਾ ਹੁੰਦਾ ਹੈ। ਤੇ ਉੱਚੀ ਉੱਚੀ ਹੱਸਣ ਲੱਗ ਪਈਆਂ। ਵਿਚਾਰੀ ਜੋਤੀ ਮਰਦੀ ਕੀ ਨਾ ਕਰਦੀ। ਉਹ 2 ਦਿਨਾਂ ਤੋਂ ਭੁੱਖੀ ਸੀ, ਪਰ ਉਸਨੂੰ ਇਸ ਸਮੇਂ ਪਿਸ਼ਾਬ ਕਰਨ ਦੀ ਇੱਛਾ ਹੋ ਰਹੀ ਸੀ। ਜੋਤੀ ਨੂੰ ਉਹਨਾਂ ਕੁੜੀਆਂ ਦੇ ਸਾਹਮਣੇ ਹੀ ਪਿਸ਼ਾਬ ਕਰਨਾ ਪਿਆ ਤੇ ਇਸੇ ਤਰ੍ਹਾਂ ਦੋਵਾਂ ਦੀਆਂ ਨਜ਼ਰਾਂ ਦੇ ਸਾਹਮਣੇ ਆਪਣੇ ਕੱਪੜੇ ਉਤਾਰ ਕੇ ਨਹਾਉਣਾ ਪਿਆ। ਖਾਣੇ ਤੋਂ ਬਿਨਾਂ ਵਿਚਾਰੀ ਕੁੜੀ ਦਾ ਸਰੀਰ ਪੂਰੀ ਤਰ੍ਹਾਂ ਕਮਜ਼ੋਰ ਹੋ ਗਿਆ ਸੀ। ਉਸਨੇ ਬੜੀ ਮੁਸ਼ਕਲ ਨਾਲ ਆਪਣਾ ਸਰੀਰ ਪੂੰਝਿਆ ਤੇ ਉਸ ਨੂੰ ਦਿੱਤੇ ਨਵੇਂ ਕੱਪੜੇ ਪਾ ਕੇ ਬੈਠ ਗਈ। ਇੱਕ ਨਵਾਂ ਲਾਲ ਸੂਟ, ਜੋ ਕਿਸੇ ਵੀ ਕੁੜੀ ਦੇ ਸਰੀਰ ਨੂੰ ਆਸਾਨੀ ਨਾਲ ਪ੍ਰਗਟ ਕਰਨ ਲਈ ਕਾਫੀ ਤੰਗ ਸੀ, ਪਹਿਨਾਇਆ ਗਿਆ। ਚਮਕਦਾਰ ਲਾਲ ਲਿਪਸਟਿਕ ਲਗਾਈ ਗਈ ਸੀ ਤੇ ਵਾਲਾਂ ਨੂੰ ਸੁੱਕਣ ਲਈ ਖੁੱਲ੍ਹਾ ਛੱਡ ਦਿੱਤਾ ਗਿਆ ਸੀ। ਉਸ ਨੂੰ ਵੱਖ-ਵੱਖ ਤਰ੍ਹਾਂ ਦੇ ਮੇਕਅਪ ਨਾਲ ਸਜਾਇਆ ਗਿਆ। ਬੇਜਾਨ ਜੋਤੀ ਵਿੱਚ ਵਿਰੋਧ ਕਰਨ ਲਈ ਇੱਕ ਰੱਤੀ ਭਰ ਵੀ ਤਾਕਤ ਨਹੀਂ ਬਚੀ ਸੀ। ਵਿਚਾਰੀ ਇੱਕ ਜਿੰਦਾ ਲਾਸ਼ ਵਾਂਗ ਚੁੱਪ-ਚਾਪ ਸਭ ਕੁਝ ਕਰਵਾਉਂਦੀ ਰਹੀ ਤੇ ਅੰਤ ਵਿੱਚ ਰੋਟੀ ਦੇ ਇੱਕ ਟੁਕੜੇ ਨੂੰ ਜ਼ਬਰਦਸਤੀ ਨਿਗਲਣਾ ਪਿਆ। ਲੱਖ ਨਾ ਚਾਹੁਣ ਦੇ ਬਾਵਜੂਦ ਜੋਤੀ ਨੂੰ ਉਹ ਸਭ ਕੁਝ ਕਰਨਾ ਪਿਆ ਜਿਸ ਨੂੰ ਕਰਨ ਲਈ ਉਸਦਾ ਮਨ ਬਿਲਕੁਲ ਵੀ ਤਿਆਰ ਨਹੀਂ ਸੀ। ਉਹ ਹਰ ਕਿਸੇ ਨਾਲ ਮੁਕਾਬਲਾ ਨਹੀਂ ਕਰ ਸਕਦੀ ਸੀ। ਹੁਣ ਮੇਕਅਪ ਤੱਕ ਤਾਂ ਸਭ ਠੀਕ ਸੀ, ਪਰ ਰਾਤ ਨੂੰ ਉਸ ਨਾਲ ਕੀ ਜ਼ੁਲਮ ਹੋਣ ਵਾਲਾ ਸੀ, ਇਸ ਦਾ ਸ਼ਾਇਦ ਉਸ ਨੂੰ ਅੰਦਾਜ਼ਾ ਨਹੀਂ ਸੀ। 15 ਸਾਲ ਦੀ ਮਾਸੂਮ ਜੋਤੀ ਨੂੰ
ਇੰਨਾ ਪਤਾ ਲੱਗ ਚੁੱਕਾ ਸੀ ਕਿ ਅੱਜ ਰਾਤ ਕਿਸੇ ਗਾਹਕ ਦੇ ਹੱਥੋਂ ਉਸ ਦੀ ਇੱਜ਼ਤ ਲੁੱਟੀ ਜਾਣੀ ਹੈ। ਪਰ ਉਸ ਨੂੰ ਕਿਸ ਤਕਲੀਫ 'ਚੋਂ ਗੁਜ਼ਰਨਾ ਪਵੇਗਾ, ਉਸ ਦੀ ਤਸਵੀਰ ਸ਼ਾਇਦ ਅਜੇ ਵੀ ਉਸਦੇ ਦਿਮਾਗ 'ਚ ਧੁੰਦਲੀ ਹੈ। ਮੈਂ ਸਹੁੰ ਖਾਂਦੀ ਹਾਂ ਕਿ ਅਜਿਹਾ ਮਾਲ ਹੈ ਜਿਸ ਨੂੰ ਦੇਖ ਕੇ ਤੇਰੀ ਰੂਹ ਖੁਸ਼ ਹੋ ਜਾਵੇਗੀ। ਬਿਲਕੁਲ ਕੁਆਰੀ ਹੈ, ਆ ਜਾਵੋ ਤੇ ਮੌਜਾਂ ਮਾਣੋ। ਪਰ ਵੇਖਣਾ ਇਹ ਕੁੜੀ ਦੀ ਪਹਿਲੀ ਰਾਤ ਹੈ। ਜਗੀਰਾਂ ਤਾਈ ਨੇ ਜੋਤੀ ਦੇ ਪਹਿਲੇ ਗਾਹਕ ਨੂੰ ਪੂਰੇ 20,000 ਵਿੱਚ ਬੁੱਕ ਕੀਤਾ। ਸ਼ਾਇਦ ਇਹ ਪੈਸੇ ਕਿਸੇ ਕੁੜੀ ਦੀ ਪਹਿਲੀ ਰਾਤ ਲਈ ਸਭ ਤੋਂ ਵੱਧ ਰਕਮ ਸੀ। ਜਗੀਰਾਂ ਬਹੁਤ ਖੁਸ਼ ਸੀ ਤੇ ਉਸਨੇ ਉਸ ਗਾਹਕ ਨੂੰ ਕਮਰੇ ਵਿੱਚ ਛੱਡ ਦਿੱਤਾ। ਕਮਰੇ ਵਿੱਚ ਅੰਧੇਰਾ ਇੰਨਾ ਸੀ ਕਿ ਸਾਹਮਣੇ ਵਾਲਾ ਵਿਅਕਤੀ ਵੀ ਦਿਖਾਈ ਨਹੀਂ ਦੇ ਰਿਹਾ ਸੀ। ਕਿਸੇ ਵੀ ਲੜਕੀ ਨੂੰ ਪਹਿਲੀ ਰਾਤ ਨੂੰ ਹਨੇਰੇ ਵਿੱਚ ਗੁਪਤ ਰੂਪ ਵਿੱਚ ਗਾਹਕ ਦੇ ਹਵਾਲੇ ਕਰ ਦਿੱਤਾ ਜਾਂਦਾ ਸੀ ਤਾਂ ਜੋ ਉਹ ਜ਼ਿਆਦਾ ਵਿਰੋਧ ਨਾ ਕਰ ਸਕੇ ਤੇ ਆਸਾਨੀ ਨਾਲ ਆਪਣੇ ਆਪ ਨੂੰ ਸਮਰਪਣ ਕਰ ਸਕੇ। ਫੁੱਲਾਂ ਵਰਗੀ ਮਾਸੂਮ ਜੋਤੀ ਸਾਰੀ ਰਾਤ ਛਟਪਟਾਤੀ ਰਹੀ। ਵਿਰੋਧ ਕਰਨ ਦੀ ਨਾ ਤਾਕਤ ਸੀ ਤੇ ਨਾ ਹੀ ਸਰੀਰ ਵਿੱਚ ਜਾਨ ਸੀ। ਉਹ ਦਿਲ ਤੇ ਦਿਮਾਗ ਤੋਂ ਟੁੱਟ ਚੁੱਕੀ ਸੀ। ਉਸ ਗਾਹਕ ਨੇ ਇਸ ਛੋਟੀ ਬੱਚੀ ਦਾ ਬੇਰਹਿਮੀ ਤੇ ਵਹਿਸ਼ੀਪੁਣੇ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਇੱਕ ਕੁੜੀ ਹੋਣਾ ਸ਼ਾਇਦ ਗੁਨਾਹ ਹੋਵੇ ਜੇ ਇਸ ਤਰ੍ਹਾਂ ਵਿਚਾਰੀ ਮਾਸੂਮ ਬੱਚੀ ਨੂੰ ਸੱਭਿਅਕ ਸਮਾਜ ਵੱਲੋਂ ਬੇਰਹਿਮੀ ਨਾਲ ਲੁੱਟਿਆ ਜਾਂਦਾ ਰਿਹਾ। ਸਵੇਰੇ 6 ਵਜੇ ਉਸ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ। 6 ਫੁੱਟ ਦਾ ਆਦਮੀ ਅੰਦਰੋਂ ਬਾਹਰ ਆ ਗਿਆ। ਪੂਰੀ ਤਰ੍ਹਾਂ ਨਸ਼ੇ ਵਿੱਚ ਸੀ ਤੇ ਪਿੱਛੇ ਪਈ ਜੋਤੀ ਦੇ ਬੇਜਾਨ ਸਰੀਰ ਵਿੱਚ ਲਪੇਟੀ ਹੋਈ ਅੱਧ-ਮਰੀ ਰੂਹ ਜਿਵੇਂ ਇੱਕ ਮਾਸੂਮ ਪੰਛੀ ਨੂੰ ਕਈ ਤੀਰਾਂ ਨਾਲ ਵਿੰਨ੍ਹਿਆ ਜਾਂਦਾ ਹੈ। ਉਸ ਮਾਸੂਮ ਕੁੜੀ ਨੂੰ ਉਸ ਰਾਖਸ਼ ਨੇ ਵਿੰਨ੍ਹਿਆ ਸੀ। ਉਸਦੇ ਗੁਪਤ ਅੰਗ ਵਿੱਚੋਂ ਖੂਨ ਦੀ ਧਾਰ ਵਹਿ ਰਹੀ ਸੀ। ਦੰਦਾਂ ਦੇ ਹਮਲੇ ਕਾਰਨ ਸਾਰੇ ਸਰੀਰ ਵਿੱਚੋਂ ਖੂਨ ਵਹਿ ਰਿਹਾ ਸੀ। ਕਹਿਣ ਲਈ ਸਿਰਫ ਸਾਹ ਚੱਲ ਰਹੇ ਸਨ, ਪਰ ਸਮਝੋ ਜੋਤੀ ਦਾ ਸਰੀਰ ਮਰ ਚੁੱਕਾ ਸੀ। ਉਸ ਦਾ ਸਰੀਰ ਮੰਜੇ 'ਤੇ ਬੇਜਾਨ ਪਿਆ ਸੀ। ਉਸਦੇ ਜਿਸਮ ਦਾ ਹਰ ਅੰਗ ਰੋ ਰਿਹਾ ਸੀ। ਉਸ ਦੀਆਂ ਅੱਖਾਂ ਵਿੱਚੋਂ ਹੰਝੂਆਂ ਦਾ ਵੜ ਵਹਿ ਕੇ ਰੁਕ ਗਿਆ। ਆਪਣੀ ਕਿਸਮਤ ਨੂੰ ਕੋਸਦੀ ਹੋਈ ਜੋਤੀ ਨੰਗੀ ਪਈ ਰਹਿੰਦੀ ਤੇ ਪੇਟ ਵਿੱਚ ਗੋਡੇ ਦਬਾ ਕੇ ਦਰਦ ਨਾਲ ਰੋਂਦੀ ਰਹੀ। ਉਸ ਨੂੰ ਨਾ ਕੋਈ ਪਿਆਰ ਕਰਨ ਲਈ ਤੇ ਨਾ ਹੀ ਕੋਈ ਦੇਖਭਾਲ ਕਰਨ ਲਈ ਸੀ। ਉਹ ਗਾਹਕ ਜਗੀਰਾ ਕੋਲ ਗਿਆ। ਜਗੀਰਾ ਕਿਵੇਂ ਸੀ? ਉਹ ਲੂੰਬੜੀ ਵਾਂਗੂ ਟੇਢੇ ਚਿਹਰੇ ਨਾਲ ਮੁਸਕਰਾਉਂਦੀ ਗਾਹਕ, ਹਾਂ ਦੱਸ ਕਿੰਨਾ ਦੇਣਾ ਹੈ? ਉਹ ਹਜੇ ਵੀ ਨਸ਼ੇ 'ਚ ਸੀ। ਨਾ ਤਾਂ ਉਸਨੂੰ ਬੋਲਣ ਦੀ ਹੋਸ਼ ਸੀ ਤੇ ਨਾ ਹੀ ਉਹ ਆਪਣੇ ਸਰੀਰ 'ਤੇ ਕਾਬੂ ਸੀ। ਜਗੀਰਾ ਬੋਲੀ, ਪੂਰੇ 20,000। ਉਸ ਆਦਮੀ ਨੇ ਹਰੇ ਨੋਟਾਂ ਦੇ ਬੰਡਲ ਵਿੱਚੋਂ 20,000 ਰੁਪਏ ਗਿਣ ਕੇ ਉਸ ਵੱਲ ਸੁੱਟ ਦਿੱਤੇ। ਕੀ ਗੱਲ ਹੈ? ਬੜੇ ਦਿਨਾਂ ਬਾਅਦ ਆਇਆ, ਕਿੱਥੇ ਗਿਆ ਹੋਇਆ ਸੀ? ਤੂੰ ਖੁਸ਼ਕਿਸਮਤ ਹੈ, ਇਹ ਤਾਜ਼ੀ ਆਈਟਮ 2 ਦਿਨ ਪਹਿਲਾਂ ਆਈ ਸੀ। ਸੇਠ ਆਉਣ ਵਾਲਾ ਸੀ। ਕੁੱਤਾ ਬਹੁਤ ਬੇਸਬਰਾ ਹੋ ਰਿਹਾ ਸੀ, ਪਰ ਤੂੰ ਪਹਿਲਾਂ ਆ ਗਿਆ। ਤੂੰ ਅੱਜ ਬਾਜੀ ਮਾਰ ਗਿਆ। ਗੱਲ ਕਰਦੀ ਜਗੀਰਾ ਹੱਸਣ ਲੱਗੀ। ਪਰ ਤੂੰ ਦੱਸਿਆ ਨਹੀਂ, ਕਿੱਥੇ ਰਿਹਾ ਇੰਨੇ ਦਿਨ? ਜਗੀਰਾ ਨੇ ਉਸਨੂੰ ਦੁਬਾਰਾ ਪੁੱਛਿਆ। ਉਹ ਮੇਰੀ ਬੇਟੀ ਸਾਲੀ, ਉਸਨੇ ਪਿਛਲੇ ਕਈ ਦਿਨਾਂ ਤੋਂ ਪਰੇਸ਼ਾਨ ਕਰ ਰੱਖਿਆ। ਕਿਸੇ ਮੁੰਡੇ ਨਾਲ ਨੈਣ ਮਟਕਾ ਕਰ ਰਹੀ ਸੀ। ਤੇ ਹੋਰ? ਜਗੀਰਾ ਨੇ ਭਰਵੱਟੇ ਚੁੱਕ ਕੇ ਪੁੱਛਿਆ। ਹੋਰ ਕੀ, ਉਹ 2 ਦਿਨ ਪਹਿਲਾਂ ਭੱਜ ਗਈ ਸੀ। ਪਤਾ ਨਹੀਂ ਉਹ ਕਿੱਧਰ ਚਲੀ ਗਈ। ਮੈਂ ਉਸਨੂੰ ਲੱਭਣ ਦਿੱਲੀ ਆਇਆ ਸੀ। ਸੋਚਿਆ ਪਹਿਲਾਂ ਤੈਨੂੰ ਮਿਲ ਜਾਵਾਂ। ਜਗੀਰਾ ਨੇ ਆਹ ਭਰਦੇ ਹੋਏ ਕਿਹਾ। ਓਏ ਤੁਹਾਡੀ ਧੀ ਬਹੁਤ ਚਾਲੂ ਨਿਕਲੀ ਹੈ। ਤੂੰ ਉਸਨੂੰ ਮੇਰੇ ਕੋਲ ਲੈ ਆਉਂਦਾ। ਤੇ ਮੁਸਕਰਾਉਣ ਲੱਗੀ। ਉਸ ਆਦਮੀ ਨੇ ਗੁੱਸੇ ਨਾਲ ਜਗੀਰਾ ਦੇ ਵਾਲਾਂ ਨੂੰ ਫੜਨ ਲਈ ਆਪਣਾ ਹੱਥ ਵਧਾਇਆ। ਉਹ ਉਸਨੂੰ ਵਾਲਾਂ ਤੋਂ ਫੜਨ ਹੀ ਵਾਲਾ ਸੀ ਜਦੋਂ ਜਗੀਰਾ ਨੇ ਕਿਹਾ, ਹਾਏ ਤੂੰ ਤਾਂ ਗੁੱਸਾ ਕਿਉਂ ਕਰਦਾ ਏਂ? ਮੈਂ ਤਾਂ ਮਜ਼ਾਕ ਕਰ ਰਹੀ ਸੀ। ਹੁਣ ਮੈਂ ਤੁਹਾਡੇ ਨਾਲ ਮਜ਼ਾਕ ਵੀ ਨਹੀਂ ਕਰ ਸਕਦੀ। ਜਗੀਰਾ ਨੇ ਪਿਆਰ ਨਾਲ ਉਸ ਦਾ ਹੱਥ ਹਟਾ ਕੇ ਕਿਹਾ। ਵੈਸੇ ਤੇਰੀ ਧੀ ਦਾ ਨਾਮ ਕੀ ਸੀ? ਜੋਤੀ ਉਸਦਾ ਨਾਮ ਹੈ। ਬੋਲਣ ਤੋਂ ਬਾਅਦ ਉਹ ਡਿੱਗਦਾ ਟਹਿੰਦਾ ਉੱਥੋਂ ਬਾਹਰ ਨਿਕਲ ਗਿਆ। ਜੀ ਹਾਂ, ਇੱਕ ਦਰਿੰਦਾ ਪਿਤਾ ਜੋ ਪਹਿਲਾਂ ਤਾਂ ਆਪਣੀ ਬੇਟੀ ਨੂੰ ਸੰਭਾਲ ਨਾ ਸਕਿਆ ਤੇ ਬਾਅਦ ਵਿੱਚ ਉਸ ਦੀ ਹਿਫਾਜ਼ਤ ਨਾ ਕਰ ਸਕਿਆ। ਉਸ ਨੇ ਹੀ ਆਪਣੀ ਬੇਟੀ ਦੀ ਇੱਜ਼ਤ ਲੁੱਟ ਲਈ ਤੇ ਉਸ ਨੂੰ ਗੰਦਗੀ ਦੇ ਖੂਹ ਵਿੱਚ ਸੁੱਟ ਦਿੱਤਾ। ਜੇਕਰ ਸਖਤੀ ਛੱਡ ਕੇ ਉਹ ਉਸ ਨਾਲ ਪਿਆਰ ਨਾਲ ਪੇਸ਼ ਆਉਂਦਾ ਤਾਂ ਜਵਾਨੀ ਦੀ ਦਹਿਲੀਜ਼ 'ਤੇ ਖੜੀ ਬੇਟੀ ਨੂੰ ਸਮਝਾ ਸਕਦਾ ਸੀ ਤੇ ਉਸ ਦੀ ਜ਼ਿੰਦਗੀ ਬਰਬਾਦ ਨਾ ਹੁੰਦੀ। ਰਹੀ ਗੱਲ ਦੇਵ ਦੀ, ਤਾਂ ਇਹ ਸਾਰੀ ਚਾਲ ਦੇਵ ਦੀ ਸੀ। ਉਸ ਨੇ ਹੀ ਉਸ ਨੂੰ ਘਰੋਂ ਭੱਜਣ ਲਈ ਉਕਸਾਇਆ ਤੇ ਆਪਣੇ ਦੋਸਤ ਨਾਲ ਮਿਲ ਕੇ ਵੇਚ ਦਿੱਤਾ। ਜੋਤੀ ਨੂੰ ਵੇਚਣ 'ਤੇ ਜੋ ਵੀ ਪੈਸਾ ਮਿਲਿਆ ਉਹ ਦੇਵ ਦੀ ਜੇਬ ਵਿੱਚ ਗਿਆ ਸੀ ਤੇ ਹੋ ਸਕਦਾ ਹੈ ਕਿ ਉਸ ਦਾ ਅਗਲਾ ਗਾਹਕ ਦੇਵ ਹੋਵੇ।